मेरे बच्चा मेरा घर खाली करता पाकिस्तान तेरा कक ना रहा पाकिस्तान बड़िया दा। ਇਹ ਤਸਵੀਰਾਂ ਉਸ ਮੰਦਭਾਗੀ ਮਾਂ ਦੀਆਂ ਨੇ ਜੋ ਜ਼ੋਰਾਂ ਨਾਲ ਚੀਕ ਰਹੀ ਹੈ। ਉਸ ਦਾ ਇਕਲੌਤਾ ਪੁੱਤਰ ਅਮਰਿੰਦਰ ਜੋ ਕਿ ਕੈਨੇਡਾ ਵਿੱਚ ਪੜ੍ਹਨ ਗਿਆ ਸੀ, ਪਰ ਇੱਕ ਪਾਕਿਸਤਾਨੀ ਲੜਕੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ। मेरे बच्चे को मरने पे मजबूर करता पाकिस्तान की ਉਹਦਾ ਕਾਰਨ ਇਹ ਸੀਗਾ ਵੀ ਪਾਕਿਸਤਾਨ ਦੀਆਂ ਕੁੜੀਆਂ ਨੇ ਲਵ ਜਿਹਾਦ ਦੇ ਚੱਕਰ 'ਚ ਫਸਾ ਕੇ ਉਹਨੂੰ ਟ੍ਰੈਪ 'ਚ ਫਸਾ ਕੇ ਉਹਨੂੰ ਬਲੈਕਮੇਲ ਕੀਤਾ। ਉਹਦੇ ਤੋਂ ਪੈਸੇ ਮੰਗਾਉਂਦੇ ਰਹੇ, ਉਹਦੇ ਤੋਂ ਸਮਾਨ ਮੰਗਾਇਆ, ਉਹਨੂੰ ਜਿਹੜਾ ਸੁਸਾਈਡ ਕਰਨ ਲਈ ਮਜਬੂਰ ਕੀਤਾ। ਜਦੋਂ ਉਹਦੇ ਕੋਲ ਵਿਚਾਰੇ ਕੋਲ ਕਰਜ਼ਾ ਚੜ੍ਹ ਗਿਆ ਸੀ ਉਹਦੇ ਸਿਰ ਤੇ ਬਹੁਤ, ਦੋਸਤਾਂ ਤੋਂ ਵੀ ਮੰਗਾ ਕੇ ਪੈਸੇ ਉਹਨੇ ਪਾਕਿਸਤਾਨ ਭੇਜਤੇ। ਉਹ ਸਿਰਫ ਇੱਥੇ ਇਹਨਾਂ ਦੇ ਹਨੀ ਟ੍ਰੈਪ ਦੇ ਵਿੱਚ ਆ ਕੇ ਹੀ ਜਿਹੜਾ ਸੁਸਾਈਡ ਕਰ ਗਿਆ ਕਿ ਅੱਗੇ ਉਹਦੇ ਕੋਲ ਰਸਤਾ ਹੀ ਕੋਈ ਨਹੀਂ ਬਚਿਆ। तो उसके दोस्तों ने मेरे को फिर फ़ोन किया भी अंकल जी क्या आपकी तबीयत ठीक है या आंटी ठीक है, अभी आप इतने पैसे क्यों मंगा रहे हो, उसका तो खर्चा नहीं यहाँ चल रहा। मैंने तो कोई पैसे नहीं मंगाया। फिर अंकल जी ये कि पैसा, फिर उन्होंने मुझे सच्ची बात बताई भी ये चक्कर में फंस गया पाकिस्तान के, फिर ये सारा सामान जो है ये कोरियर करता है उधर। ਤੇ ਅਮਰਿੰਦਰ ਦੇ ਸੁਸਾਈਡ ਦਾ ਜੋ ਇੱਕ ਪ੍ਰਮੁੱਖ ਕਾਰਨ ਹੈ ਉਹ ਹੈ ਲਵ ਜਿਹਾਦ। ਉਹਨੂੰ ਲਵ ਜਿਹਾਦ ਦੇ ਚੱਕਰਾਂ ਦੇ ਵਿੱਚ ਫਸਾਇਆ ਗਿਆ। ਸਾਨੂੰ ਪਤਾ ਲੱਗਿਆ ਕਿ ਉਹ ਪਾਕਿਸਤਾਨ ਕਿਸੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਨੇ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾਇਆ ਤੇ ਇੰਨਾ ਕੁ ਜ਼ਿਆਦਾ ਇਨਫਲੂਐਂਸ ਕਰਤਾ ਕਿ 90% ਆਪਣੀ ਧਰਮ ਪਰਿਵਰਤਨ ਉਸਨੇ ਕਰ ਦਿੱਤਾ ਸੀ। ਇੰਨੀ ਉਹਨਾਂ ਤੋਂ ਪ੍ਰਭਾਵਿਤ ਹੋ ਗਿਆ ਸੀ ਕਿ ਮਾਰਚ ਦੇ ਵਿੱਚ ਉਸਨੇ ਆਪਣੀ ਪਹਿਲੀ ਸੁਸਾਈਡ ਅਟੈਂਪਟ ਕੀਤੀ। ਰਿਸ਼ਤੇਦਾਰਾਂ ਕੋਲੇ ਰਹਿੰਦਾ ਸੀ ਤਾਂ ਉਸ ਦਾ ਬਚਾਅ ਹੋ ਗਿਆ। 17 ਸਤੰਬਰ ਨੂੰ ਉਸਨੇ ਸਰੀ ਦੇ ਵਿੱਚ ਗੈਰੇਜ ਦੇ ਵਿੱਚ ਸੁਸਾਈਡ ਕਮਿਟ ਕਰ ਲਈ। ਆਪਣੇ ਪਰਨੇ ਨਾਲ ਹੀ ਫੰਦਾ ਲੈ ਲਿਆ ਤੇ ਇਹ 17 ਤਰੀਕ ਦੀ ਗੱਲ ਹੈ ਜੀ, ਇਸੇ 17 ਤਰੀਕ ਦੀ। ਉੱਧਰੋਂ ਮੈਨੂੰ ਫੋਨ ਆਇਆ ਕਿ ਤੁਹਾਡੇ ਬੱਚੇ ਨੇ ਜਿਹੜਾ ਸੁਸਾਈਡ ਕਰ ਲਿਆ। ਕਾਰਨ ਜਿਹੜਾ ਪਹਿਲਾਂ ਤੋਂ ਵੀ ਸਾਨੂੰ ਪਤਾ ਸੀਗਾ, ਪਹਿਲਾਂ ਵੀ ਥੋੜ੍ਹੀ ਘਟਨਾ ਘਟੀ ਸੀਗੀ। ਉਹਦਾ ਕਾਰਨ ਇਹ ਸੀਗਾ ਵੀ ਪਾਕਿਸਤਾਨ ਦੀਆਂ ਕੁੜੀਆਂ ਨੇ ਲਵ ਜਿਹਾਦ ਦੇ ਚੱਕਰ 'ਚ ਫਸਾ ਕੇ ਉਹਨੂੰ ਟ੍ਰੈਪ 'ਚ ਫਸਾ ਕੇ ਉਹਨੂੰ ਬਲੈਕਮੇਲ ਕੀਤਾ। ਉਹਦੇ ਤੋਂ ਪੈਸੇ ਮੰਗਾਉਂਦੇ ਰਹੇ, ਉਹਦੇ ਤੋਂ ਸਮਾਨ ਮੰਗਾਇਆ, ਉਹਨੂੰ ਜਿਹੜਾ ਸੁਸਾਈਡ ਕਰਨ ਲਈ ਮਜਬੂਰ ਕੀਤਾ। ਅੱਗੇ ਸਾਡੇ ਤੋਂ ਡਰਦਾ ਸੀਗਾ ਵੀ ਮੈਂ ਆਪਦੇ ਮਾਂ ਪਿਓ ਨੂੰ ਕੀ ਕਹੂੰਗਾ ਵੀ ਮੈਂ ਪੈਸੇ ਤੇ ਸਾਰੇ ਉੱਧਰ ਭੇਜਦੇ ਨੇ, ਵਾਰ-ਵਾਰ ਪੈਸੇ ਮੇਰੇ ਤੋਂ ਮੰਗਾਏ, ਵਾਰ-ਵਾਰ ਮੈਂ ਪੈਸੇ ਭੇਜਦਾ ਰਿਹਾ। ਹੁਣ ਉਹ ਸਾਨੂੰ ਕਿਸੇ ਜਵਾਨ ਨਾਲ ਕਹਿੰਦਾ ਵੀ ਮੈਂ ਪੜ੍ਹਾਈ ਕੰਪਲੀਟ ਕਰ ਲਈ ਆ ਵੀ ਮੈਨੂੰ ਹੋਰ ਪੈਸਿਆਂ ਦੀ ਜ਼ਰੂਰਤ ਨਹੀਂ। ਜਦੋਂ ਉਹਦੇ ਕੋਲ ਵਿਚਾਰੇ ਕੋਲ ਕਰਜ਼ਾ ਚੜ੍ਹ ਗਿਆ ਸੀ ਉਹਦੇ ਸਿਰ ਤੇ ਬਹੁਤ, ਦੋਸਤਾਂ ਤੋਂ ਵੀ ਮੰਗਾ ਕੇ ਪੈਸੇ ਉਹਨੇ ਪਾਕਿਸਤਾਨ ਭੇਜਤੇ। ਦੋਸਤਾਂ ਤੋਂ, ਸਾਰਿਆਂ ਤੋਂ। ਕ੍ਰੈਡਿਟ ਕਾਰਡ ਵੀ ਜਿਹੜੇ ਨੇ ਉਹਦੇ ਕਰਜ਼ਾਈ ਹੋਏ ਪਏ ਨੇ। ਕ੍ਰੈਡਿਟ ਕਾਰਡ ਵੀ ਜਿਹੜੇ ਨੇ ਉਹਦੇ ਬੜੇ ਚਿਰ ਦੇ, 1 ਸਾਲ ਤੋਂ ਪਿੱਛੇ ਤੋਂ ਉਹਨੇ ਕੋਈ ਪੈਸਾ ਨਹੀਂ ਤਾਰਿਆ ਉਹਨਾਂ 'ਚ, ਥੋੜ੍ਹਾ ਬਹੁਤ ਭਾਵੇਂ ਤਾਰਿਆ, ਉਹ ਵੀ ਖੜ੍ਹੇ ਨੇ। ਉਹ ਸਿਰਫ ਇੱਥੇ ਇਹਨਾਂ ਦੇ ਹਨੀ ਟ੍ਰੈਪ ਦੇ ਵਿੱਚ ਆ ਕੇ ਹੀ ਜਿਹੜਾ ਸੁਸਾਈਡ ਕਰ ਗਿਆ ਕਿ ਅੱਗੇ ਉਹਦੇ ਕੋਲ ਰਸਤਾ ਹੀ ਕੋਈ ਨਹੀਂ ਬਚਿਆ। कब गया था आपका लड़का बाहर और क्या कितने पैसे आपके उसने मंगवाए और आपको कैसे पता चला कि ये उसने जिहाद के चक्कर में, लव जिहाद के चक्कर में ऐसे किसी लड़की को, जैसा आप बोल रहे हैं, भेजे पैसे? 10 दिसंबर 2017 को गया था वो ठीक है, स्टडी करने के लिए। तो मेरे को पिछले साल नवंबर में थोड़ा पता चला भी, दोस्तों ने बताया भी ये आपका, इसी ने मेरे को बताया था भी मेरी एक लड़की से कोई बात हुई है, वो उनसे मैं मिलाऊंगा आपको, वो पाकिस्तान की है, कराची की रहने वाली है। मैंने तो सोचा चलो उसकी मम्मी ने तो गुस्सा किया उसका बहुत,
पर मैंने कहा भाई कोई बात नहीं, जवान बच्चा है तो ऐसी हो ही जाती है। इंस्टाग्राम पे हुई थी उसकी दोस्ती। मैंने उसको बोला भी बेटे कोई बात नहीं, आप जो यंग हो कोई बात नहीं, पर ये आजकल जो लव जिहाद चल रहा है इनसे बचना, ये आदमी ठीक नहीं होते, इनसे ज़्यादा दोस्ती अच्छी नहीं होती। पर इतना ज़्यादा एक्टिव नहीं था मेरा बच्चा, इतना ज़्यादा एक्टिवेट नहीं था बच्चा, ज़्यादा इन चीज़ों के बारे में नहीं था पता। अमृतधारी सिख जिसे बोलते हैं वो था, वो पूजा पाठ वाला बच्चा था, वो इन चक्करों को नहीं समझ पाया। लेकिन वो उलझता उन्हीं के चक्कर में वैसा उलझा फिर वापस नहीं आ सका वो। आपसे आपके लड़के की बात होती है तो क्या बात बताता था, लड़कियां क्या बोलती हैं, क्या डिमांड्स करती है और कैसे उसको उससे जो गिफ्ट आप बोल रहे हैं मंगवाती हैं, पैसा मंगवाती हैं, क्या बोलता था? पहले तो हमें तो उसने बताया नहीं, अभी मेरे से सामान मंगवाते हैं या नहीं, या ये मेरे दोस्तों ने बताया बाद में। दोस्तों ने बताया भी, जिनसे पैसे बहुत ज़्यादा उसने मांगे भी, मेरे माँ बाप गरीब हैं, मुझे पैसे वापस भेजने हैं, लेकिन पैसे वो उनसे मांग के उधार ले लेके पाकिस्तान भेज रहा था लड़कियों को। तो उनको दोस्तों ने मेरे को फिर फ़ोन किया भी अंकल जी क्या आपकी तबीयत ठीक है या आंटी ठीक है, भी आप इतने पैसे क्यों मंगा रहे हो, उसका तो खर्चा नहीं यहाँ चल रहा, इतना सामान आप क्यों मंगा रहे हो? मैंने तो कोई पैसा मंगाया ही नहीं है, मैं तो लगातार पैसे भेज रहा हूँ उसको। तो कहीं इधर से पकड़ उधर से पकड़, बैंक लोन भी लिए मैंने बहुत, इधर मेरे बैंक लोन ले लेके भी मैंने भेजे उधर। मैंने तो कोई पैसा नहीं मंगाया। फिर अंकल जी ये कि पैसा, फिर उन्होंने मुझे सच्ची बात बताई भी ये चक्कर में फंस गया पाकिस्तान के, फिर ये सारा सामान जो है ये कुरियर करता है उधर, और ये वेस्टर्न यूनियन है, इन्होंने पैसे भेजे, इतना पैसा भेजता है उधर लड़कियों को। तो उन्होंने लड़कियों से बात होती भी कई बार सुनी है। फिर चलो हमने फिर उससे बात की, फिर उससे मार्च की बात है, फिर हमने उससे बात की। फिर रोया बहुत, कई दिन रोता रहा, कई दिन बहुत ज़्यादा रोया बच्चा हमारा, ये मेरे से गलती होगी, मुझे माफ़ कर दो, मैं आगे से ऐसा नहीं करूँगा। मैंने कहा भी बेटे अपनी स्टडी जारी रख, कोई बात नहीं, मेरा तो एक ही बेटा, मैं उसके लिए कमाता हूँ, उसके लिए ही हम जीते हैं, उसके लिए मरते हैं। मैं बेटे पैसे की नहीं परवाह कर, तू कोई बात नहीं, मैं तुझे भेज दूँगा, लेकिन स्टडी अपनी कंप्लीट कर। उसकी स्टडी छूट गई थी, पेपर तो तभी देगा ना अगर उसकी फ़ीस गई होगी, फ़ीस तो उसने भेज दी थी पाकिस्तान। तो मैंने फिर इधर से फ़ीस भेजी, सारे सेमेस्टर की अरेंज किया सारा इधर उधर से। तो बाद में बोला भी मैं पापा आज से बाद में कभी फ़ोन नहीं बता, हमें बिल्कुल भी उसने अंधेरे में रखा बच्चे ने, पता नहीं क्या। उसके बाल भी खुले छोड़ दिए बच्चे के। मैं पूछता था भी तू बाल क्यों खुले छोड़ता है? मम्मी भी बोला काम से आया हूँ पापा, मैं थका हूँ, पसीना आया, मैं बाल, इसलिए बार बार जब कुछ शक तो हमें फिर था उस पर भी कुछ ना कुछ छुपा रहा हमसे। अभी भी अगर हम बात करें तो अभी क्या पोजीशन है, क्या उसका शव आ चुका है, क्या कुछ मदद कर रहा है सरकार या कोई आपका डिपार्टमेंट? मेरा डिपार्टमेंट तो मेरी बहुत मदद कर रहा है। मेरा डिपार्टमेंट मेरे सिर पे बैठा है, मेरे ऑफिसर लोग जो हैं बहुत अच्छे हैं, मेरी दिन रात मेरे घर पे बैठे हैं। वो आके बड़े से बड़े ऑफिसर मेरे घर पे आके बैठे हैं, मेरे डीजीपी सोता साहब मेरी हेल्प कर रहे हैं। पर मेरा बेटे का साहब वहीं पे अभी 17 तारीख से कोई पैसा उधर बहुत लगना है, तो अभी कोई मेरा रही नहीं आया अभी इतना। महकमा मेरा बहुत साथ दे रहा है। ठीक है, आपको उधर के कोई पुलिस या किसी ने अप्रोच किया है कि आपके बच्चे ने सुसाइड किया है, का सुसाइड लेटर लिखा है उसने? क्या जानकारी आपको वहाँ कनाडा से प्राप्त हुई है, कैसे सुसाइड किया है उसने, और क्या वजह रही? कोई ऑफिशियली आपको कोई फ़ोन आया उधर से कनाडा से? ऑफिशियल मेरे को फ़ोन लड़के ने करवाया था, मुझे इंग्लिश नहीं आती। मिस क्रिस्टीना है वो जो इंक्वायरी ऑफिसर हैं, उनसे हिंदी पंजाबी में ट्रांसलेट करा के वो मेरे को बताते रहे। उन्होंने मुझे सिर्फ इतना बताया भी आपका बेटे ने, इन्होंने लड़कों ने हमें फ़ोन किया भी हम गए, फ़ौरन पहुँचे वहाँ। जब पहुँचे तो वहाँ हमने जब उतारा बच्चे को, फांसी लगा ली थी बच्चे को, जब उतारा तो वो आप इंग्लिश में हैक बोलते हैं शायद, तो वो बच्चा आपका डेड हो चुका था तब तक। तो हम उसको बचा नहीं पाए। आगे हम इसकी इंक्वायरी कर रहे हैं भी, फिर जो जैसे जैसे होगा हम आपको बताएंगे। मेरा नाम उन्होंने रजिस्टर कर लिया था, नंबर मेरा मोबाइल नंबर रजिस्टर कर लिया। उसके बाद मेरे को कांटेक्ट होता है, पर मेरे को इंग्लिश नहीं आती, मुझे उनकी बात समझ नहीं आ रही क्या कह रहे हैं क्या नहीं वो कह रहे हैं। रात भी मेरी बात हुई उनसे, मैंने अपने फ़ोन से फ़ोन किया मेरी, पर मुझे इंग्लिश में कुछ समझ नहीं आई कुछ। मैंने उनसे मदद मांगी कि मुझे कोई ट्रांसलेटर मुझे मुहैया करा दो,
जो पंजाबी हिंदी में ट्रांसलेट कर दे, मुझे पता चल जाए मेरे बच्चे को आखिर होया क्या है, सुसाइड करने की वजह क्या है। तो उन्होंने, या तो उनको मेरी बात समझ नहीं आई, मैं पूरी इंग्लिश नहीं बोल पाया, यानी कि मेरे को मुहैया नहीं हो रहा उधर कोई भी जो मुझको पूरी आप जान। सरकार से क्या गुहार लगाना चाहते हैं आप, केंद्र सरकार से, गुजरात सरकार से क्या गुहार है? मेरे तो अब यही है भी मेरे पे इतनी हिम्मत नहीं कि मैं पैसे इकट्ठे करके अपने बच्चे को इतने $1000 इकट्ठे करके वहाँ से ला सकूँ, ना मेरे पास टिकट के भी पैसे नहीं है। अब मेरा तो मेरे बहुत ज़्यादा लोन चल रहा है, बहुत तगड़ा लोन चल रहा है, बहुत लोगों से पैसे भी बहुत पकड़े हैं। भी मेरा किसी भी तरीके से मेरे बच्चे को इंडिया मंगा ले सरकार, और मैं अपने बच्चे का अंतिम संस्कार जो भी हमारी क्रिया हम करें उसको। आपने एक बात बोली है कि आपके जो लड़का सुसाइड किए जिसने, उसके दोस्त भी वहाँ पर कुछ पैसे इकट्ठे कर रहे हैं भारत लाने के लिए शिव को, या आपको बुलाने के लिए? शायद कर रहे हैं वो किस तरीके से कर रहे हैं? क्या वो कुछ सोशल मीडिया अपने बच्चे ही हैं, वो अपने बच्चे लगे होंगे, मुझे इसकी इतनी तो जानकारी नहीं है, कुछ लगे होंगे कुछ करने के लिए। जी ਤੁਹਾਡਾ ਨਾਮ? ਸਰਬਜੀਤ ਕੌਰ। ਸਰਬਜੀਤ ਜੀ ਦੱਸੋ, ਜਦੋਂ ਜਿਸ ਤਰ੍ਹਾਂ ਦੱਸਦੇ ਪਏ ਨੇ ਕਿ ਲਵ ਜਿਹਾਦ ਦੀ ਗੱਲ ਕੀਤੀ ਜਾ ਰਹੀ ਹੈ, ਤੁਹਾਨੂੰ ਬੇਟਾ ਜ਼ਰੂਰ ਦੱਸਦਾ ਹੋਵੇ, ਕਿਉਂਕਿ ਇੱਕ ਮਾਂ ਨੂੰ ਬੇਟਾ ਜਿਹੜਾ ਹੁੰਦਾ ਨਾ ਉਹ ਜ਼ਿਆਦਾ ਦੱਸਦਾ ਹੈ, ਕੀ ਦੱਸਦਾ ਸੀ ਤੁਹਾਨੂੰ? ਮੇਰੇ ਨਾਲ ਇੱਕ ਵਾਰੀ ਗੱਲ ਹੋਈ ਸੀ ਨਵੰਬਰ ਮਹੀਨੇ 'ਚ, ਉਹਨੇ ਮੈਨੂੰ ਦੱਸਿਆ ਸੀ ਕਿ ਮੰਮਾ ਜੀ ਪਾਕਿਸਤਾਨ ਤੋਂ ਮੈਨੂੰ ਇੱਕ ਇੰਸਟਾਗ੍ਰਾਮ ਤੇ ਗੱਲ ਕੀਤੀ ਇੱਕ ਕੁੜੀ ਨੇ ਕਿ ਤੂੰ ਮੈਨੂੰ ਬਹੁਤ ਸੋਹਣਾ ਲੱਗਦਾ, ਮੈਨੂੰ ਤੇਰੀ ਪੱਗ ਬੜੀ ਸੋਹਣੀ ਲੱਗਦੀ ਆ, ਮੈਨੂੰ ਸਰਦਾਰ ਬਹੁਤ ਚੰਗੇ ਲੱਗਦੇ ਨੇ, ਕਿ ਮੈਂ ਤੈਨੂੰ ਆਪਣਾ ਭਰਾ ਬਣਾਉਣਾ ਚਾਹੁੰਦੀ ਆ, ਕਿ ਮੇਰਾ ਭਰਾ ਕੋਈ ਨਹੀਂ ਹੈਗਾ ਜੀ, ਤੇ ਮੈਨੂੰ ਵੀਰ ਜੀ ਕਹਿ ਕੇ ਬੁਲਾਉਂਦੀ ਆ, ਤੇ ਇਸ ਕਰਕੇ ਵੀ ਮੈਨੂੰ ਬੜੇ ਵਧੀਆ ਲੱਗਦੇ ਨੇ, ਬਹੁਤ ਅੱਛੀ ਫੈਮਿਲੀ ਆ। ਮੈਂ ਬੇਟੇ ਨੂੰ ਸਮਝਾਇਆ ਸੀ, ਮੈਂ ਕਿਹਾ ਬੇਟਾ ਜੀ ਵੀ ਇਹ ਕੰਮ ਨਹੀਂ ਕਰਨਾ, ਇਹ ਬਿਲਕੁਲ ਗਲਤ ਗੱਲ ਆ, ਵੀ ਉਹ ਅੱਛੇ ਲੋਕ ਨਹੀਂ ਹੁੰਦੇ, ਵੀ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ। ਇੱਕ ਵਾਰੀ ਮੈਨੂੰ ਬੇਟੇ ਨੇ ਕਹਿ ਦਿੱਤਾ ਠੀਕ ਆ ਮੰਮਾ ਜੀ, ਮੈਂ ਇਹ ਕੰਮ ਨਹੀਂ ਕਰਦਾ ਹੈਗਾ। ਉਸ ਤੋਂ ਬਾਅਦ ਸਾਡੇ ਤੋਂ ਪਰਦਾ ਹੀ ਰੱਖਦਾ ਗਿਆ, ਗੱਲ ਉਹਦੀ ਲਗਾਤਾਰ ਹੁੰਦੀ ਗਈ, ਸਾਡੇ ਤੋਂ ਪਰਦਾ ਰੱਖਿਆ ਬੇਟੇ ਨੇ। ਫਿਰ ਉਹਨਾਂ ਨੇ ਡਰਾ ਧਮਕਾ ਕੇ ਪੈਸੇ ਵੀ ਮੰਗਾਏ, ਉਹਨਾਂ ਨੇ ਸਮਾਨ ਵੀ ਮੰਗਾਇਆ ਬੇਟੇ ਤੋਂ, ਲਗਾਤਾਰ ਹੀ ਮੰਗਵਾਉਂਦੇ ਰਹੇ। ਸਾਡੇ ਤੋਂ ਵੀ ਜਿੰਨੇ ਵੀ ਪੈਸੇ ਅਸੀਂ ਇੱਧਰੋਂ ਭੇਜਦੇ ਸੀ, ਅਸੀਂ ਬੇਟਾ ਕਹਿੰਦਾ ਸੀ ਕਿ ਮੈਨੂੰ ਲੋੜ ਆ, ਉਹ ਸਾਰੇ ਪਾਕਿਸਤਾਨ ਹੀ ਜਾਂਦੇ ਸੀ। ਕੀ ਤੁਹਾਡੀ ਹੁਣ ਮੰਗ ਕੀ ਹੈ, ਕੀ ਚਾਹੁੰਦੇ ਹੋ ਤੁਸੀਂ? ਮੈਂ ਤਾਂ ਇਹ ਚਾਹੁੰਦੀ ਹਾਂ ਜੀ, ਮੇਰਾ ਤਾਂ ਘਰ ਬਰਬਾਦ ਹੋ ਗਿਆ, ਔਰ ਹੋਰ ਕਿਸੇ ਦਾ ਘਰ ਬਰਬਾਦ ਨਾ ਹੋਵੇ। ਮੇਰਾ ਇੱਕੋ ਇੱਕ ਬੱਚਾ ਸੀ, ਮੇਰਾ ਘਰ ਖਾਲੀ ਕਰਤਾ ਉਹਨਾਂ ਨੇ। ਇਕੱਲੀ ਕੁੜੀ ਨਹੀਂ, ਉਹਦੀ ਮਾਂ ਵੀ ਆ, ਭਰਾ ਵੀ, ਸਾਰੀ ਫੈਮਿਲੀ ਤੰਗ ਕਰਦੀ ਸੀ ਬੱਚੇ ਨੂੰ। ਉਹਦੇ ਤੋਂ ਕੁੰਡਲੀਆਂ ਬਣਾਉਣੀਆਂ ਸੀ, ਮੈਂ ਸ਼ਾਇਦ ਜੇ ਕੁੰਡਲੀਆਂ ਉਹਨਾਂ ਦੀਆਂ ਬਣੀਆਂ ਹੋਈਆਂ ਤਾਂ ਸ਼ਾਇਦ ਮੈਂ ਉਹਨਾਂ 'ਚ ਉਹਨਾਂ ਕੋਲ ਹੋਇਆ ਕੁਛ, ਤਾਂ ਮੈਂ ਮੰਗਵਾਉਣਾ ਉਹਨਾਂ ਕਾਲੇ ਇਲਮ ਨਾਲ ਹੀ ਬੱਚੇ ਨੂੰ ਬੱਸ 'ਚ ਕਰ ਲਿਆ ਉਹਨਾਂ ਨੇ, ਮਰਨ ਤੇ ਮਜਬੂਰ ਕਰਤਾ ਮੇਰਾ ਬੱਚਾ। ਆਂਦਾ ਸੀ ਮੈਨੂੰ ਕੁਛ ਪਤਾ ਨਹੀਂ ਲੱਗਦਾ, ਵੀ ਜਦੋਂ ਮੇਰਾ ਦਿਮਾਗ ਨੂੰ ਪਤਾ ਨਹੀਂ ਕੀ ਹੁੰਦਾ। ਫਿਰ ਬਹੁਤ ਸਮਝਾਉਣ ਦੇ ਬਾਵਜੂਦ ਵੀ ਲੱਖ ਰੁਪਈਆ ਇੱਥੋਂ ਬਹੁਤ ਸਮਝਾਇਆ ਇਹਨਾਂ ਨੇ, ਵੀਰਾਂ ਨੇ, ਕਿ ਨਹੀਂ ਕਰਨਾ। ਤੇ ਫੀਸ ਭਰਨ ਗਿਆ, ਦੋਸਤਾਂ ਨੇ ਵੀ ਕਿਹਾ ਕਿ ਨਹੀਂ ਭਰਨਾ ਹੈਗਾ, ਫੀਸ ਭਰਨ ਗਿਆ, ਉਹ ਵੀ ਉੱਧਰ ਪਾ ਆਇਆ। ਮੈਂ ਫੋਨ ਕੀਤਾ, ਮੈਂ ਕਿਹਾ ਪੁੱਤਰ ਫੀਸ ਭਰਤੀ? ਕਹਿੰਦਾ ਮੰਮਾ ਜੀ ਮੈਂ ਕਾਲਜ ਤੋਂ ਹੀ ਆਇਆ ਫੀਸ ਭਰ ਕੇ, ਤੇ ਪੈਸੇ ਭੇਜ ਕੇ ਆਇਆ ਸੀ। ਜਦੋਂ ਘਰੇ ਆਇਆ ਨਾਲ ਦੇ ਮੁੰਡੇ ਨੂੰ ਮੈਂ ਕਿਹਾ ਪੁੱਤਰ ਫੀਸ ਭਰ ਕੇ ਆਇਆ ਬੇਟਾ? ਉਹਨੂੰ ਪੁੱਛਿਆ, ਕਹਿੰਦਾ ਆਂਟੀ ਜੀ ਫੀਸ ਤੇ ਵੀ ਆਨਲਾਈਨ ਭਰੀ ਜਾਣੀ ਸੀ, ਇਹ ਕੀ ਕਰਨ ਗਿਆ ਸੀ, ਕਾਲਜ ਤੇ ਬੰਦ। ਫਿਰ ਜਦੋਂ ਬੇਟੇ ਨੂੰ ਪੁੱਛਿਆ, ਫਿਰ ਉਹਨੇ ਦੱਸਿਆ ਕਿ ਮੈਂ ਪੈਸੇ ਭੇਜ ਕੇ ਆਇਆ ਪਾਕਿਸਤਾਨ ਤੋਂ, ਮੇਰੇ ਤੋਂ ਡਰਾ ਧਮਕਾ ਕੇ ਮੇਰੇ ਤੋਂ ਪੈਸੇ ਮੰਗਾਉਂਦੇ ਨੇ। ਤੁਹਾਨੂੰ ਕੀ ਲੱਗਦਾ ਖੁਦਕੁਸ਼ੀ ਦਾ ਕਾਰਨ ਕੀ ਹੋਈ? ਮੈਨੂੰ ਤਾਂ ਇਹੀ ਕਾਰਨ ਆ ਜੀ, ਉਹਨੂੰ ਮਜਬੂਰ ਕਰਤਾ ਜੀ ਉਹਨਾਂ ਨੇ, ਮਰਨ ਤੇ ਮਜਬੂਰ ਕਰਤਾ ਉਹਨੂੰ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਤੇ ਮੈਂ ਸਰੀ ਦਾ ਰਹਿਣ ਵਾਲਾ। ਤੇ ਅਮਰਿੰਦਰ ਦੇ ਸੁਸਾਈਡ ਦਾ ਜੋ ਇੱਕ ਪ੍ਰਮੁੱਖ ਕਾਰਨ ਹੈ ਉਹ ਹੈ ਲਵ ਜਿਹਾਦ। ਉਹਨੂੰ ਲਵ ਜਿਹਾਦ ਦੇ ਚੱਕਰਾਂ ਦੇ ਵਿੱਚ ਫਸਾਇਆ ਗਿਆ। ਉਹ ਲਗਭਗ ਅੱਜ ਤੋਂ 1 ਸਾਲ ਪਹਿਲਾਂ, ਪਿਛਲੇ ਸਾਲ 2020 ਦਸੰਬਰ ਦੇ ਵਿੱਚ ਕਿਸੇ ਨਾਲ ਆਨਲਾਈਨ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸਨੇ। ਸਾਨੂੰ ਪਤਾ ਲੱਗਿਆ ਕਿ ਉਹ ਪਾਕਿਸਤਾਨ ਕਿਸੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਨੇ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾਇਆ ਤੇ ਇੰਨਾ ਕੁ ਜ਼ਿਆਦਾ ਇਨਫਲੂਐਂਸ ਕਰਤਾ ਕਿ 90% ਆਪਣੀ ਧਰਮ ਪਰਿਵਰਤਨ ਉਸਨੇ ਕਰ ਦਿੱਤਾ ਸੀ। ਆਪਣੇ ਵਾਲ ਖੁੱਲ੍ਹੇ ਛੱਡ ਕੇ ਰੱਖਣ ਲੱਗ ਗਿਆ ਸੀ, ਪਿੱਛੇ ਨੂੰ ਕਰਕੇ ਰੱਖਦਾ। ਜਦੋਂ ਉਸਦੇ ਘਰ ਦੇ ਉਸਦੇ ਮੰਮੀ ਉਸ ਤੋਂ ਪੁੱਛਦੇ ਕਿ ਤੂੰ ਆਪਣੇ ਵਾਲ ਕਿਉਂ ਖੁੱਲ੍ਹੇ ਰੱਖੇ ਨੇ, ਫਿਰ ਕਦੇ ਕਹਿ ਦਿੰਦਾ ਕਿ ਮੈਨੂੰ ਪਸੀਨਾ ਆਇਆ ਸੀ, ਮੈਂ ਤਾਂ ਕੰਮ ਤੋਂ ਆਇਆ ਥੱਕ ਕੇ, ਤਾਂ ਥੋੜ੍ਹੇ ਟਾਈਮ ਲਈ ਆਪਣੇ ਵਾਲ ਖੁੱਲ੍ਹੇ ਰੱਖੇ।
ਮਤਲਬ ਇੰਨਾ ਕੁ ਜ਼ਿਆਦਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਚੁੱਕਿਆ ਸੀ ਕਿ ਉਸਨੇ $10,000 ਲਗਭਗ ਉਸਨੂੰ ਪਾਕਿਸਤਾਨ ਉਹਨਾਂ ਨੂੰ ਸੈਂਡ ਕਰ ਬੈਠਾ ਤੇ ਹੋਰ ਕਈ ਗਿਫਟ ਸੈਂਡ ਕਰ ਬੈਠਾ ਜਿਨ੍ਹਾਂ ਤੇ ਕਿ $1,800 ਕਸਟਮ ਡਿਊਟੀ ਪੈ ਗਈ ਸੀ। ਤੇ ਇੱਕ ਉਹਨਾਂ ਦੀ ਜਿਵੇਂ ਜਿਵੇਂ ਉਹ ਕਹਿੰਦੇ ਉਵੇਂ ਉਵੇਂ ਕਰਦਾ। ਉਹਨਾਂ ਤੋਂ ਪਤਾ ਲੱਗਿਆ ਕਿ ਜਿਹੜੀ ਉਹ ਕੁੜੀ ਨਾਲ ਉਹ ਗੱਲਾਂ ਬਾਤਾਂ ਕਰਦਾ ਸੀ ਉਸ ਦਾ ਭਰਾ ਕੋਈ ਮੌਲਵੀ ਸੀ, ਤਾਂਤਰਿਕ ਸੀ, ਕਾਲਾ ਇਲਮ ਕੀਤਾ ਸੀ ਅਮਰਿੰਦਰ ਤੇ। ਆਪਣੇ ਘਰ ਦੇ ਯਾਰ ਦੋਸਤ ਕਿਸੇ ਦਾ ਉਹਨੇ ਸੋਚ ਵਿਚਾਰ ਕਰਨੋਂ ਹਟ ਗਿਆ ਸੀ, ਸਿਰਫ ਉਹਨਾਂ ਦੀ ਹੀ ਗੱਲਾਂ ਦੇ ਵਿੱਚ ਆ ਗਿਆ ਸੀ। ਇੰਨੀ ਕੁ ਉਹਨਾਂ ਤੋਂ ਪ੍ਰਭਾਵਿਤ ਹੋ ਗਿਆ ਸੀ ਕਿ ਮਾਰਚ ਦੇ ਵਿੱਚ ਉਸਨੇ ਆਪਣੀ ਪਹਿਲੀ ਸੁਸਾਈਡ ਅਟੈਂਪਟ ਕੀਤੀ। ਰਿਸ਼ਤੇਦਾਰਾਂ ਕੋਲੇ ਰਹਿੰਦਾ ਸੀ ਤਾਂ ਉਸ ਦਾ ਬਚਾਅ ਹੋ ਗਿਆ। ਉਸਦੇ ਘਰੇ ਤਲਾਹ ਕੀਤੀ ਅਸੀਂ ਵੀ ਤੁਹਾਡਾ ਮੁੰਡਾ ਇਸ ਸਟੇਜ ਤੱਕ ਹੋ ਗਿਆ। ਉਹਨਾਂ ਨੇ ਵੀ ਪੂਰੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਰੋਨਾ ਵਾਇਰਸ ਕਰਕੇ ਕੋਈ ਫਟਾਫਟ ਆ ਨਾ ਸਕਿਆ ਤੇ ਫਿਰ ਉਹ ਰਿਸ਼ਤੇਦਾਰਾਂ ਤੋਂ ਆਪਣੇ ਮੁੰਡਿਆਂ ਕੋਲੇ ਮੂਵ ਹੋ ਗਿਆ, ਫਰੈਂਡਸ ਕੋਲੇ ਮੂਵ ਹੋ ਗਿਆ। ਸੋ ਹੁਣ ਬੀਤੇ ਦਿਨੀ 17 ਸਤੰਬਰ ਨੂੰ ਉਸਨੇ ਸਰੀ ਦੇ ਵਿੱਚ ਗੈਰੇਜ ਦੇ ਵਿੱਚ ਸੁਸਾਈਡ ਕਮਿਟ ਕਰ ਲਈ। ਆਪਣੇ ਪਰਨੇ ਨਾਲ ਹੀ ਫੰਦਾ ਲੈ ਲਿਆ ਤੇ ਬਹੁਤ ਜੋ ਕਿ ਦੁਖਦਾਈ ਘਟਨਾ ਹੋਈ। ਸੋ ਇਹ ਇੱਕ ਪ੍ਰਮੁੱਖ ਕਾਰਨ ਹੈ, ਇਹ ਇੱਕੋ ਇੱਕ ਕਾਰਨ ਹੈ ਅਮਰਿੰਦਰ ਦੇ ਸੁਸਾਈਡ ਦਾ। ਉਸ ਨੂੰ ਬਹੁਤ ਭੈੜਾ ਫਸਾਇਆ ਗਿਆ। ਸੋ ਜਿਵੇਂ ਕਿ ਮੈंने ਦੱਸਿਆ, ਕੈਨੇਡਾ ਦੇ ਵਿੱਚ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਆਉਂਦਾ ਤਾਂ ਪਹਿਲਾਂ ਉਹਦੇ ਨਾਲ ਬਹੁਤ ਜ਼ਿਆਦਾ ਸਕੈਮਸ ਹੁੰਦੇ ਨੇ। ਇੱਥੋਂ ਤੱਕ ਕਿ ਹੁਣ ਵੀ ਸਾਨੂੰ ਸਕੈਮ ਕਾਲਸ ਆਉਂਦੀਆਂ ਨੇ, CRA ਬਣ ਕੇ ਜਾਂ ਕਿਸੇ ਵੀ ਕੁਝ ਵੀ ਬਣ ਕੇ ਸਾਡੀ ਬੈਂਕ ਇਨਫੋਰਮੇਸ਼ਨ ਮੰਗਦੇ ਨੇ ਕਿ ਗਵਰਨਮੈਂਟ ਨੂੰ ਤੁਹਾਡੀ ਬੈਂਕ ਇਨਫੋਰਮੇਸ਼ਨ ਚਾਹੀਦੀ ਹੈ, ਕੁਝ ਵੀ ਚਾਹੀਦਾ, ਤੇ ਉਹਨਾਂ ਦੇ ਅਕਾਊਂਟ 'ਚੋਂ ਪੈਸੇ ਲੈ ਲੈਂਦੇ ਨੇ। ਜੇ ਆਪਣੀ ਅਵੇਅਰਨੈਸ ਹੋਵੇ, ਲੋਕਾਂ ਨੂੰ, ਨਵੇਂ ਆਉਣ ਵਾਲੇ ਬੱਚਿਆਂ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਇਸ ਚੀਜ਼ ਤੋਂ ਅਵੇਅਰਨੈਸ ਹੋਵੇ ਤਾਂ ਇਹ ਚੀਜ਼ ਤੋਂ ਉਹ ਕਾਫੀ ਹੱਦ ਤੱਕ ਬਚ ਸਕਦੇ ਨੇ। ਅਸੀਂ ਵੀ ਜਦੋਂ ਪਹਿਲਾਂ ਆਏ ਸਾਨੂੰ ਵੀ ਅਵੇਅਰਨੈਸ ਹੈ ਨਹੀਂ ਸੀ, ਤਾਂ ਮੇਰੇ ਨਾਲ ਵੀ ਕਾਫੀ ਸਕੈਮਸ ਹੋਏ ਤੇ ਠੋਕਰਾਂ ਖਾ ਕੇ ਮੈਨੂੰ ਵੀ ਪਤਾ ਚੱਲਿਆ ਕਿ ਇਹਨਾਂ ਤੋਂ ਆਪਾਂ ਬਚ ਸਕਦੇ ਹਾਂ। ਉਹ ਇਹ ਵੀ ਇੱਕ ਤਰ੍ਹਾਂ ਦਾ ਸਕੈਮ ਹੀ ਹੈ ਜੋ ਅਮਰਿੰਦਰ ਦੇ ਨਾਲ ਹੋਇਆ। ਲਵ ਜਿਹਾਦ ਦਾ ਚੱਕਰ ਜੋ ਕਿ ਉਹਦੇ ਨਾਲ ਹੋਇਆ, ਉਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਸੀ ਪਾਕਿਸਤਾਨ ਬੈਠੇ ਕਿ ਅਸੀਂ ਇਸ ਤੋਂ ਜਿੰਨੇ ਵੱਧ ਤੋਂ ਵੱਧ ਹੋ ਸਕੇ ਪੈਸੇ ਮੰਗਾਈਏ। ਤੇ ਘਰਦਿਆਂ ਦਾ ਕੱਲਾ ਮੁੰਡਾ ਸੀ ਤੇ ਉਸਦੇ ਘਰਦਿਆਂ ਦੀ ਬਹੁਤ ਬੁਰੀ ਹਾਲਤ ਹੋਈ ਪਈ ਹੈਗੀ। ਉਹਨਾਂ ਕੋਲੇ ਕੋਈ ਹੈ ਨਹੀਂ ਜਿਸ ਤੇ ਉਹ ਆਪਣੀ ਆਸ ਰੱਖਣ ਹੁਣ। ਸੋ ਬਹੁਤ ਤਰ੍ਹਾਂ ਦੇ ਸਕੈਮਸ ਹੁੰਦੇ ਨੇ ਕੈਨੇਡਾ ਦੇ ਵਿੱਚ। ਜੇ ਆਪਾਂ ਅਵੇਅਰ ਹੋਈਏ ਤਾਂ ਆਪਾਂ ਉਹਨਾਂ ਸਭ ਤੋਂ ਬਚ ਸਕਦੇ ਹਾਂ। ਅਮਰਿੰਦਰ ਦੇ ਫਾਦਰ ਬਿਲਕੁਲ ਸਹੀ ਗੱਲ ਕਹਿ ਰਹੇ ਨੇ। ਮਲਕੀਤ ਸਿੰਘ ਜੀ ਉਸਦੇ ਫਾਦਰ ਨੇ ਤੇ ਉਹਨਾਂ ਨਾਲ ਅਮਰਿੰਦਰ ਦੀ ਗੱਲਬਾਤ ਵੀ ਹੁੰਦੀ ਸੀ। ਅਮਰਿੰਦਰ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੂੰ ਇਸਲਾਮਾਬਾਦ ਤੋਂ ਕੋਈ ਕੁੜੀ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ। ਤਾਂ ਉਸਦੇ ਫਾਦਰ ਤੇ ਉਸਦੇ ਪੇਰੈਂਟਸ ਨੇ ਦੋਨਾਂ ਨੇ ਉਸਨੂੰ ਬਹੁਤ ਜ਼ਿਆਦਾ ਸਮਝਾਇਆ। ਇਹੀ ਕਿਹਾ ਕਿ ਤੂੰ ਬਾਹਰ ਆਏ ਆ, ਸਾਡੀਆਂ ਸਾਰੀਆਂ ਆਸਾਂ ਤੇਰੇ ਤੇ ਨੇ, ਤੈਨੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਤੇ ਬਾਕੀ ਤੂੰ ਸਿਆਣਾ, ਜਿਵੇਂ ਤੇਰਾ ਦਿਲ ਕਰਦਾ ਤੂੰ ਉਵੇਂ ਕਰ, ਤੂੰ ਸਿਆਣਾ, ਤੈਨੂੰ ਪਤਾ ਵੀ ਕੀ ਸਹੀ ਹੈ ਤੇ ਕੀ ਗਲਤ ਹੈ। ਪਰ ਉਹ ਇੰਨਾ ਕੁ ਜ਼ਿਆਦਾ ਫਾਸਟ ਚੁੱਕਾ ਸੀ ਇਹਨਾਂ ਚੀਜ਼ਾਂ ਦੇ ਵਿੱਚ, ਉਸਨੂੰ ਪਤਾ ਹੀ ਨਹੀਂ ਲੱਗਦਾ ਸੀ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ। ਇਹ ਸਭ ਚੀਜ਼ਾਂ ਬਾਹਰ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ। ਆਪਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਆਈ ਨਹੀਂ ਹੈਗਾ ਇਹ ਚੀਜ਼ਾਂ ਸਿਰਫ ਇੰਡੀਆ ਵਰਗੇ ਦੇਸ਼, ਇੰਡੀਆ, ਪਾਕਿਸਤਾਨ, ਇਹਨਾਂ ਦੇਸ਼ਾਂ ਦੇ ਵਿੱਚ ਹੁੰਦੀਆਂ। ਬਾਹਰ ਵੀ ਇਹ ਸਭ ਕੁਝ ਬਹੁਤ ਹੁੰਦਾ ਕਿਉਂਕਿ ਲੋਕੀ ਟਰਾਈ ਕਰਦੇ ਨੇ ਕਿ ਅਸੀਂ ਬਾਹਰਲੇ ਬੱਚਿਆਂ ਨੂੰ ਵੱਧ ਤੋਂ ਵੱਧ ਜਾਲ 'ਚ ਫਸਾਈਏ ਤੇ ਉਹਨਾਂ ਤੋਂ ਅਸੀਂ ਜਿੰਨਾ ਹੋ ਸਕੇ ਅਸੀਂ ਪੈਸੇ ਲਈਏ। ਸੋ ਇਹਨਾਂ ਸਭ ਸਕੈਮਸ ਤੋਂ ਆਪਾਂ ਨੂੰ ਬਚਣਾ ਚਾਹੀਦਾ। ਅਮਰਿੰਦਰ ਦੇ ਫਾਦਰ ਕੋਲੇ ਅਸੀਂ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਉਹ ਇਹਨਾਂ ਸਭ ਚੱਕਰਾਂ 'ਚ ਪੈ ਗਿਆ, ਕਿਸੇ ਨਾਲ ਗੱਲਬਾਤ ਕਰਦਾ, ਉਹਨਾਂ ਨੂੰ ਪੈਸੇ ਭੇਜ ਰਿਹਾ, ਪੜ੍ਹਾਈ ਛੱਡ ਰਿਹਾ, ਆਪਣੀ ਪੜ੍ਹਾਈ ਛੱਡ ਦਿੰਦਾ ਸੀ, ਉਹਨਾਂ ਕਰਕੇ ਸਾਰਾ ਕੁਝ ਛੱਡ ਦਿੰਦਾ ਸੀ। ਬਹੁਤ ਜ਼ਿਆਦਾ ਡੀਪਲੀ ਇਨਫਲੂਐਂਸਡ ਹੋ ਚੁੱਕਿਆ ਸੀ। ਉਹਨਾਂ ਦੇ ਫਾਦਰ ਨੇ ਵੀ ਆਪਣੀ ਪੂਰੀ ਬਾਂਹ ਲਾਤੀ ਕਿ ਉਹਨਾਂ ਨੂੰ ਅਸੀਂ ਅਮਰਿੰਦਰ ਨੂੰ ਪੂਰਾ ਸਮਝਾਈਏ। ਬਹੁਤ ਕੋਸ਼ਿਸ਼ ਕੀਤੀ, ਦਿਨ ਰਾਤ ਉਸ ਨੂੰ 8-8 ਘੰਟੇ ਸਮਝਾਉਂਦੇ ਸੀ, ਪਰ ਉਹ ਬਸ ਇਸ ਹੱਦ ਤੱਕ ਕਿ ਪਹੁੰਚ ਚੁੱਕਿਆ ਸੀ ਕਿ ਉੱਥੋਂ ਵਾਪਿਸ ਕਦੇ ਉਹਨੂੰ ਕੱਢ ਕੇ ਲਿਆਉਣਾ ਬਹੁਤ ਔਖਾ ਹੋ ਚੁੱਕਿਆ ਸੀ। ਆਪਣੀ ਸੁਸਾਇਟੀ ਦੇ ਵਿੱਚ ਜਨਰਲੀ ਹੁੰਦਾ ਕਿ ਇਹ ਕਿ ਡਿਪਰੈਸ਼ਨ 'ਚ ਕੋਈ ਚਲਾ ਜਾਂਦਾ, ਇਹਨਾਂ ਸਭ ਚੀਜ਼ਾਂ ਨੂੰ ਸੀਰੀਅਸ ਨਹੀਂ ਲੈਂਦੇ ਕਿ ਇਹ ਸਭ ਕੁਝ ਨਹੀਂ ਹੁੰਦਾ। ਤਾਂ ਮੇਰੀ ਸਾਰਿਆਂ ਨੂੰ ਇਸ ਚੈਨਲ ਥਰੂ ਇਹੀ ਰਿਕੁਐਸਟ ਹੈ ਕਿ ਇਸ ਚੀਜ਼ ਨੂੰ, ਡਿਪਰੈਸ਼ਨ ਨੂੰ, ਬਾਹਰ ਬਹੁਤ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਈਜ਼ੀਲੀ। ਜੇ ਆਪਾਂ ਇਸ ਚੀਜ਼ ਨੂੰ ਸੀਰੀਅਸ ਲਈਏ ਤਾਂ ਬਹੁਤ ਬੱਚਿਆਂ ਦੀ ਜਾਨ ਬਚ ਸਕਦੀ ਹੈ। ਤੇ ਡਿਪਰੈਸ਼ਨ ਜਦੋਂ ਵੀ ਪਤਾ ਲੱਗਦਾ ਕਿਸੇ ਨੂੰ ਹੁੰਦਾ, ਉਹਦੀ ਪ੍ਰੋਪਰ ਕਾਉਂਸਲਿੰਗ ਕਰਵਾਓ। ਘਰਦਿਆਂ ਨੂੰ ਇਸ ਚੀਜ਼ ਨੂੰ ਬਹੁਤ ਜ਼ਿਆਦਾ ਸੀਰੀਅਸ ਲੈਣਾ ਚਾਹੀਦਾ, ਸਪੈਸ਼ਲੀ ਜਦੋਂ ਉਹਨਾਂ ਦਾ ਬੱਚਾ ਕੋਈ ਬਾਹਰ ਹੋਵੇ। ਬਾਹਰ ਈਜ਼ੀਲੀ ਬਹੁਤ ਬੱਚਿਆਂ ਨੂੰ ਡਿਪਰੈਸ਼ਨ ਹੋ ਜਾਂਦਾ। ਅਸੀਂ GoFundMe ਤੇ ਇੱਕ ਪੇਜ ਚਲਾਇਆ ਤਾਂ ਕਿ ਸਾਡੇ ਕੋਲੇ ਫੰਡਸ ਇਕੱਠੇ ਹੋਣ, ਜਿੰਨੇ ਵੀ ਅਸੀਂ ਕਰ ਸਕਦੇ ਹਾਂ ਕਿ ਅਸੀਂ ਉਸ ਦੀ ਬੋਡੀ ਇੰਡੀਆ ਭੇਜ ਸਕੀਏ ਜਲਦੀ ਤੋਂ ਜਲਦੀ।
ਤਾਂ ਕਿ ਜਿਹੜੇ ਉਹਦੇ ਘਰ ਦੇ ਇੰਡੀਆ 'ਚ ਬੈਠੇ ਨੇ ਉਹਨਾਂ ਨੂੰ ਸੁੱਖ ਦਾ ਸਾਹ ਮਿਲੇ। ਉਹ ਉੱਥੇ ਬੈਠੇ ਤੜਫ ਰਹੇ ਨੇ, ਵੇਟ ਕਰ ਰਹੇ ਨੇ ਕਿ ਕਦੋਂ ਸਾਨੂੰ ਸਾਡਾ ਮੁੰਡਾ ਲਾਸਟ ਵਾਰੀ ਦੇਖਣ ਨੂੰ ਮਿਲੇ ਤੇ ਅਸੀਂ ਆਪਦਾ ਫਰਜ਼ ਪੂਰਾ ਕਰੀਏ। ਸੋ ਅਸੀਂ ਪੂਰੀ ਟਰਾਈ ਕਰ ਰਹੇ ਹਾਂ कि छेती ਤੋਂ ਛੇਤੀ ਉਹਦੀ बॉडी इंडिया भेजिए। तो हम उसका शव वापस लाने के लिए हमने GoFundMe पे एक अकाउंट बनाया जिसको आज 3 दिन हो गए। सो हमने उस पर $40,000 का टारगेट रखा था, जो आज 35,000 हो चुका है कंप्लीट। हमें बहुत कम्युनिटीज़ बहुत ग्रुप से सपोर्ट मिल रही है रेगुलरली। मीडिया ने हमारा बहुत साथ दिया है, जिन ने भी हमारी सपोर्ट की है हम सभी का उन सभी का हम सभी लोग तहे दिल का शुक्रिया करते हैं। और बस एक अगर अवेयरनेस हो कि जो भी पेरेंट्स अपने बच्चों को बाहर भेज रहे हैं उनमें बस एक चीज़ अगर वो कर सके कि अपने बच्चों को बाहर भेजने से पहले मेंटली और फिज़िकली इतना स्ट्रॉन्ग करके भेजें कि कोई भी स्ट्रेस वो बियर कर सकें, किसी भी स्ट्रेसफुल सिचुएशंस में वो ना घबराएं। तो जो अमरिंदर के साथ हुआ है वो किसी के साथ नहीं होएगा और वो काफ़ी हद तक हम अवॉइड कर सकते हैं। सभी का शुक्रिया बहुत बहुत। अमरिंदर के पेरेंट्स को पता था कि वो किसी से ऑनलाइन उसने पाकिस्तान में चैटिंग शुरू की, बातचीत शुरू की, पर उसके पेरेंट्स ने उसको बहुत समझाया कि हमारी जो सारी होप्स हैं वो तुमसे ही हैं, तुम्हें ही सारा कुछ करना पड़ेगा। वो उसका जैसे कोई और भाई बहन भी नहीं था। तो उसके फादर ने उसको बोला कि हमारा जो सब कुछ है वो तुमसे ही है, तुम बहुत सिंसियर हो, अच्छे लड़के हो, जैसा तुम्हें ठीक लगता तुम कुछ गलत मत करना। तो इन सब के बावजूद उसने मार्च में सुसाइड जब अटैम्प्ट की तब उसके फादर को, मदर को, सारा कुछ उनके रिलेटिव्स ने बताया कि इस हद तक अमरिंदर चला गया डिप्रेशन में। तो उनके पेरेंट्स ने उसको बहुत ज़्यादा समझाया, उनके सारे फ्रेंड्स ने अमरिंदर को बहुत ज़्यादा समझाया, पर उन सब के कारण भी वो इस जाल में बहुत ज़्यादा फंस चुका था कि उससे बाहर ही ना आ पाया। और फाइनली उस सबके पता होने के बावजूद, सबके समझाने के बावजूद भी उसने सुसाइड कमिट कर लिया सेकंड टाइम इन सितंबर। जी हाँ, अमरिंदर के फादर बिल्कुल सही बोल रहे हैं कि उसने लव जिहाद के चक्कर में वो फंस गया। ये जो बहुत ही सीरियस मैटर है। जो भी पेरेंट्स अपने बच्चों को बाहर भेजते हैं, उनके बच्चों को अगर उनके फील होता है कि वो डिप्रेशन में है, क्योंकि बाहर बहुत ज़्यादा डिप्रेशन होता है, बहुत लोगों को डिप्रेशन होता है, डिप्रेशन की वजह से बहुत ज़्यादा लोग सुसाइड करते हैं। तो जो हम हैं जो डिप्रेशन को सीरियसली नहीं लेते, तो उन्हें डिप्रेशन को सीरियसली लेना चाहिए, प्रॉपर काउंसलिंग करवानी चाहिए। बच्चों को जिसका भी पता लगता है कि उसको डिप्रेशन है उस पर इमीडिएट ध्यान देना चाहिए बहुत ज़्यादा, क्योंकि डिप्रेशन बहुत सीरियस इशू है इन कंट्रीज़ में। कनाडा, अमेरिका, इंग्लैंड, इन सब कंट्रीज़ में डिप्रेशन रेयर है और बहुत सीरियस इशू है, तो इसे हमें बहुत सीरियसली लेना चाहिए। अमरिंदर भी डिप्रेशन में रहने लग गया था। और बाहरली कंट्री से लव जिहाद, ये ऐसा सब कुछ इशू भी उभर के बहुत ज़्यादा आ रहा है। बहुत केसेस यूके में भी सुने हैं कि ऐसा कुछ हो रहा है। तो हमें इन सब चीज़ों से भी बच के रहना चाहिए, अवेयरनेस क्रिएट करनी चाहिए कि जो अभी अमरिंदर के साथ हुआ किसी और के साथ ना हो। तो जैसे मैंने बताया कि कनाडा में बहुत ज़्यादा स्कैम्स होते हैं जिनसे इंटरनेशनल स्टूडेंट्स को बचना चाहिए। स्पेशली उन्हें बचना चाहिए कि जिनका यहाँ पे कोई है नहीं, जो पहली बार बाहर आ रहे हैं अपनी कंट्री को छोड़ के। जैसे कि यहाँ पे स्कैम्स चलते कि मेरे साथ भी बहुत स्कैम्स हुए, हर किसी के साथ, कि हर किसी को स्कैम कॉल्स आती हैं, बहुत ज़्यादा स्कैम्स होते हैं। कॉल्स आती हैं कि अपनी इन्फॉर्मेशन दो, कार्ड इन्फॉर्मेशन हम CRA की तरफ से बोल रहे हैं, कनाडा रेवेन्यू एजेंसी की तरफ से बोल रहे हैं, आपका सिन नंबर एक्सपायर हो गया, हमें अपना कार्ड डिटेल्स दीजिए, आपका वीज़ा एक्सपायर हो रहा है, हमें अपनी कार्ड डिटेल्स दीजिए। तो वो जब कार्ड डिटेल्स देते हैं तो सारे पैसे वहाँ से चले जाते हैं, वो विदड्रॉ कर लेते हैं स्कैमर्स। इस तरह के बहुत ज़्यादा स्कैम्स आते हैं, हमें डिफरेंट कॉल्स आती हैं। सोशल प्लेटफॉर्म फेसबुक, इंस्टाग्राम पे हमें फ्रेंड रिक्वेस्ट आती हैं डिफरेंट लोगों से। इन सब का सिर्फ एक ही मकसद होता है कि आपसे जितनी हो सके उतने पैसे लें। इस तरह के स्कैम्स हर किसी के साथ होते हैं, पर अगर अवेयरनेस हो इस चीज़ के बारे में तो काफ़ी लोग इस चीज़ से बच सकते हैं। आप जब भी बाहर आते हो तो ऑनलाइन मीडिया प्लेटफॉर्म पे जब कोई भी आपको अप्रोच करे कि आपसे बात करनी है अननोन,
तो अगर आप उनसे नहीं बात करोगे, दूर रहोगे, दूरी बना के रखोगे तो उतना ही अच्छा होगा, क्योंकि बहुत ज़्यादा चांसेस है कि कोई वो स्कैमर है और आपको एक जाले में फंसाने की कोशिश कर रहे हैं। तो बहुत ज़्यादा स्कैम्स होते हैं और हमें इस चीज़ को की अवेयरनेस फैलानी चाहिए। सारे दर्शकों को मेरी तरफ से नमस्कार। मैं सुखप्रीत सिंह वैंकूवर का रहने वाला और अमरिंदर का बहुत अच्छा फ्रेंड। अमरिंदर, जैसे आप सभी को पता है कि उसने 17 सितंबर को हाल ही में सुसाइड कमिट किया। उसके पीछे जो रीज़न है जैसे कि उनके फादर ने भी बताया कि लव जिहाद जो कि रीज़न है कि उसके सुसाइड के पीछे। थोड़े टाइम पहले, आज से लगभग 1 साल पहले, सितंबर 2019 में वो ऑनलाइन सोशल मीडिया पे किसी को मिला। पता चला कि वो पाकिस्तान से कोई लेडीज़ थे जो बिलोंग करते थे। उसने तब उनके साथ ऑनलाइन चैटिंग शुरू कर दी, फिर वीडियो कॉल्स होने लगी। वो उनसे इतना ज़्यादा इन्फ्लुएंस्ड हो गया कि उसने अपने टीवी इंडिया से बनवा के पाकिस्तान भेजे। और जो पाकिस्तान जो लेडी थी, उनका भाई तांत्रिक था, मौलवी था, वो काला इल्म करता था। तो वो इस हद तक उनसे इन्फ्लुएंस्ड हो गया था कि उसने लगभग $10,000 उनको सेंड कर दिए। उसके बाद उसके अलावा गिफ्ट सेंड किए जिस पे कि बहुत ज़्यादा कस्टम ड्यूटी पड़ी। 1700-1800 कस्टम ड्यूटी पड़ गई गिफ्ट पे। तो डिप्रेशन में चला गया वो, किसी से कुछ शेयर नहीं करता था, अलग अलग रहने लग गया, चुप चुप रहने लग गया। और उसने मार्च 2020 को एक बारी सुसाइड कमिट की। अपने रिलेटिव्स के पास रह रहा था इसलिए वो बच गया, उनको पता चल गया। तब सभी ने उसके घर पे भी बताया, उसके पेरेंट्स को भी बताया कि आपका बेटा इस सिचुएशन से जा रहा है। उसके पेरेंट्स को भी पता था वो पाकिस्तान बात करता। तो सभी ने उसको बहुत ज़्यादा समझाया। फिर हमें पता चला कि वो थोड़ा थोड़ा ठीक होना शुरू हो गया। उसके बाद वो फ्रेंड्स के साथ मूव हो गया, अपने पेरेंट्स को ये बोल के कि अभी मैं ठीक हूँ, अभी मैं उनसे बात नहीं करता। पर उसने सभी को झूठ बोला और फिर भी वो उनसे लगातार बात कर रहा था, संपर्क में था। तो उनसे बात कर रहा था, लगातार उनको पैसे भेज रहा था। कनाडा गवर्नमेंट ने सर्ब अनाउंस की $2000 की, तो वो सारी की सारी सर्ब भी उन्हें सेंड कर रहा था। पाकिस्तान में बहुत ज़्यादा इन्फ्लुएंस्ड हो चुका था कि उसका बिल्कुल टोटली ब्रेन वॉश हो गया था। उसको समझ नहीं आ रही थी कि मैं क्या करूं क्या नहीं। इस जाल में फंस गया कि उसको दोबारा निकालना बहुत मुश्किल हुआ। सभी ने, उसके दोस्त ने, पेरेंट्स ने बहुत ज़्यादा उसको समझाया कि तू अपने पेरेंट्स के बारे सोचना चाहिए तुम्हें, जिन्होंने तुम्हें यहाँ पर भेजा। उसने 17 सितंबर को खुद सुसाइड कर ली और उसने काफ़ी बार अपना धर्म चेंज करने की भी कोशिश की। मतलब कि अपने जो बाल है, जो केस है, वो खुला रखने लग गया, पीछे रखने लग गया। तो जब उसके पेरेंट्स, उसके मदर उससे पूछते कि ये क्या कर रहे हो, तो वो कहता कि बस पसीना आया, काम से आया हूँ, इसलिए खुले रखे हैं बाल। तो ऐसी बातें, काफ़ी कुछ ऐसी हरकतें करने लग गया था वो, इस हद तक इन्फ्लुएंस हो गया था उससे। तो यही एक कारण है कि उसने सुसाइड कमिट की।